जो बहुत ही नौजवान परमेश्वर की बड़े जबरदस्त तरीके नाल जो परमेश्वर के संदेश नूं पेश करते हैं। तालियां परमेश्वर के दास दे वास्ते। हालेलुया। I have a message today for you. ਅਤੇ ਅੱਜ ਤੁਹਾਡੇ ਲਈ ਮੇਰੇ ਕੋਲ ਬਹੁਤ ਵਧੀਆ ਸੰਦੇਸ਼ ਹੈ ਪ੍ਰਭੂ ਦਾ A message that will bring you healing. ਅਤੇ ਉਹ ਸੰਦੇਸ਼ ਜੋ ਹੈ ਉਹ ਤੁਹਾਡੇ ਲਈ ਚੰਗਿਆਈ ਨੂੰ ਲੈ ਕੇ ਆਏਗਾ। A message that will bring you miracles. ਉਹ ਮੈਸੇਜ ਹੈ ਜੋ ਤੁਹਾਡੇ ਲਈ ਛੁਟਕਾਰੇ ਨੂੰ ਲੈ ਕੇ ਆਏਗਾ। First of all, we read from Isaiah chapter 53. ਅਤੇ ਸਭ ਤੋਂ ਪਹਿਲਾਂ ਅਸੀਂ ਇਸ਼ਾਇਆ ਉਹਦਾ 53 ਅਧਿਆਇ ਦੇ ਵਿੱਚੋਂ ਪੜਾਂਗੇ। Verse 5. 5 ਆਇਤ ਤੋਂ ਅਸੀਂ ਪੜਾਂਗੇ। But he was wounded for our transgressions, he was bruised for our iniquities. The chastisement for our peace was upon him, and by his stripes we are healed. I request somebody to read. ਸੋ ਉਹ ਸਾਡੇ ਪਾਪਾਂ ਕਾਰਨ ਜ਼ਖਮੀ ਹੋਇਆ ਅਤੇ ਸਾਡੇ ਅਪਰਾਧਾਂ ਦੀ ਮਾਰ ਉਸ ਨੇ ਖਾਧੀ, ਪਰ ਉਹਦੇ ਸਜ਼ਾ ਸਹਿਣ ਕਾਰਨ ਅਸੀਂ ਚੰਗੇ ਕੀਤੇ ਗਏ ਅਤੇ ਉਸ ਦੇ ਮਾਰ ਖਾਣ ਨਾਲ ਅਸੀਂ ਨਰੋਏ ਕੀਤੇ ਗਏ। I want you to read Matthew chapter 9. ਅਤੇ ਮੈਂ ਚਾਹੁੰਦਾ ਹਾਂ ਕਿ ਮੱਤੀ ਉਹਦੀ 9ਵਾਂ ਅਧਿਆਇ ਵੀ ਅਸੀਂ ਪੜਾਂਗੇ Verse 35. ਅਤੇ ਉਹਦਾ 35 ਆਇਤ ਅਸੀਂ ਪੜਾਂਗੇ। Jesus went to all towns and villages. ਅਤੇ ਸਮੇਂ ਦੀ ਘਾਟ ਹੋਣ ਦੇ ਕਰਕੇ ਮੈਂ ਤੁਹਾਡੇ ਵਿੱਚ ਪੜਾਂਗੇ। ਯਿਸੂ ਹਰ ਨਗਰਾਂ ਦੇ ਵਿੱਚ ਗਿਆ। He went to all towns and villages, healing every sickness and disease. ਅਤੇ ਉਹ ਹਰ ਪਿੰਡ ਵਿੱਚ ਸ਼ਹਿਰ ਵਿੱਚ ਜਾਂਦਾ ਸੀ ਤੇ ਬਿਮਾਰਾਂ ਨੂੰ ਹਰ ਪ੍ਰਕਾਰ ਦੀ ਬਿਮਾਰੀ ਤੋਂ ਚੰਗਿਆ ਕਰਦਾ ਸੀ। In Luke chapter 6 verse 19. ਲੂਕਾ ਉਹਦਾ 6 ਅਧਿਆਇ ਉਹਦੀ 19 ਆਇਤ ਵਿੱਚ ਲਿਖਿਆ ਹੈ That it is mentioned that power went out of Jesus. ਅਤੇ ਉਹ ਜਗ੍ਹਾ ਤੇ ਦੱਸਿਆ ਗਿਆ ਹੈ ਕਿ ਸ਼ਕਤੀ ਜਿਹੜੀ ਹੈ ਉਹ ਪ੍ਰਭੂ ਯਿਸੂ ਮਸੀਹ ਦੇ ਵਿੱਚੋਂ ਨਿਕਲਦੀ ਸੀ And it used to heal the people. ਅਤੇ ਉਹ ਸ਼ਕਤੀ ਬਿਮਾਰਾਂ ਨੂੰ ਚੰਗਿਆ ਕਰਦੀ ਸੀ। Now in Exodus chapter 15. ਅਤੇ ਕੂਚ ਅਧਿਆਇ ਉਹਦੀ 15 ਅਧਿਆਇ ਦੇ ਵਿੱਚ ਅਸੀਂ ਵੇਖਦੇ ਹਾਂ। In verse 26 it is written. ਅਤੇ 26 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ For I am the Lord that heals you. ਅਤੇ ਉਸ ਜਗ੍ਹਾ ਤੇ ਲਿਖਿਆ ਹੈ ਮੈਂ ਪ੍ਰਭੂ ਹਾਂ ਜੋ ਤੁਹਾਨੂੰ ਚੰਗਾ ਕਰਾਂਗਾ। After reading all of these verses to you. ਅਤੇ ਇਹ ਗੱਲਾਂ ਔਰ ਇਹ ਸਾਰੀਆਂ ਆਇਤਾਂ ਮੈਂ ਤੁਹਾਡੇ ਲਈ ਜੋ ਪੜ੍ਹੀਆਂ ਹਨ। What am I trying to tell you here? ਇਹਨਾਂ ਸਾਰੀਆਂ ਆਇਤਾਂ ਦੇ ਦੁਆਰਾ ਮੈਂ ਤੁਹਾਨੂੰ ਕੀ ਦੱਸਣਾ ਚਾਹੁੰਦਾ ਹਾਂ? Lord Jesus loved sinners. ਇਹ ਦੱਸਣਾ ਚਾਹੁੰਦਾ ਹਾਂ ਕਿ ਪ੍ਰਭੂ ਯਿਸੂ ਮਸੀਹ ਪਾਪੀਆਂ ਨੂੰ ਪ੍ਰੇਮ ਕਰਦੇ ਨੇ And he healed them. ਅਤੇ ਉਹ ਉਹਨਾਂ ਨੂੰ ਚੰਗਾ ਕਰਦੇ ਨੇ। I'm trying to show you the will of Lord Jesus Christ. ਇਸ ਜਗ੍ਹਾ ਤੇ ਪ੍ਰਭੂ ਮਸੀਹ ਦੀ ਇੱਛਾ ਨੂੰ ਤੁਹਾਡੇ ਸਾਹਮਣੇ ਦੱਸਣਾ ਚਾਹੁੰਦਾ ਹਾਂ। It is his will to heal you. ਅਤੇ ਉਹਦੀ ਇਹ ਇੱਛਾ ਹੈ ਕਿ ਉਹ ਤੁਹਾਨੂੰ ਚੰਗਿਆ ਕਰੇ। It is his will to heal his people. ਅਤੇ ਉਹਦੀ ਇਹ ਇੱਛਾ ਹੈ ਕਿ ਉਹ ਆਪਣੇ ਲੋਕਾਂ ਨੂੰ ਚੰਗਿਆ ਕਰੇ। To deliver you. ਅਤੇ ਉਹ ਤੁਹਾਨੂੰ ਆਜ਼ਾਦ ਕਰੇ। To restore you. ਅਤੇ ਉਹ ਤੁਹਾਨੂੰ ਦੁਬਾਰਾ ਬਣਾਵੇ, ਤੁਹਾਡਾ ਨਿਰਮਾਣ ਕਰੇ, To bless you. ਤੁਹਾਨੂੰ ਆਸ਼ੀਸ਼ਿਤ ਕਰੇ। It is his will. ਅਤੇ ਇਹ ਜਿਹੜੀ ਉਹਦੀ ਇੱਛਾ ਹੈ। Why? Because he loves you. ਕਿਉਂ ਇਹ ਉਹਦੀ ਇੱਛਾ ਹੈ? ਕਿਉਂਕਿ ਉਹ ਤੁਹਾਨੂੰ ਪ੍ਰੇਮ ਕਰਦਾ ਹੈ। Jesus was moved to compassion. ਪ੍ਰਭੂ ਯਿਸੂ ਮਸੀਹ ਤਰਸ ਦੇ ਨਾਲ ਭਰ ਗਿਆ When he saw a huge crowd standing before him. ਜਦੋਂ ਉਹਨੇ ਬਹੁਤ ਵੱਡੀ ਭੀੜ ਆਪਣੇ ਸਾਹਮਣੇ ਖੜੀ ਵੇਖੀ ਹੈ। All wanting to see him. ਅਤੇ ਉਹ ਸਾਰੇ ਉਹਨੂੰ ਵੇਖਣਾ ਚਾਹੁੰਦੇ ਨੇ। Were desperate to receive their healing from him. ਅਤੇ ਉਹ ਇੱਛਾ ਰੱਖਦੇ ਨੇ ਕਿ ਉਹਦੇ ਕੋਲੋਂ ਚੰਗਿਆਈ ਪ੍ਰਾਪਤ ਕਰਨ। And he was compassionate for them. ਅਤੇ ਉਹਨਾਂ ਨੂੰ ਵੇਖ ਕੇ ਉਹ ਦਇਆ ਦੇ ਨਾਲ, ਤਰਸ ਦੇ ਨਾਲ ਭਰ ਜਾਂਦਾ ਹੈ। He has a deep desire for his people to receive healing. ਅਤੇ ਪ੍ਰਭੂ ਯਿਸੂ ਮਸੀਹ ਦੇ ਕੋਲ ਵੀ ਆਪਣੇ ਲੋਕਾਂ ਨੂੰ ਚੰਗਾ ਕਰਨ ਦੀ ਇੱਛਾ ਹੁੰਦੀ ਹੈ। Everywhere Lord Jesus went, there were miracles. ਅਤੇ ਅਸੀਂ ਬਾਈਬਲ ਦੇ ਵਿੱਚ ਪੜ੍ਹਦੇ ਹਾਂ, ਜਿੱਥੇ ਕਿਤੇ ਵੀ ਪੜ੍ਹਦੇ ਹਾਂ, ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਜਿੱਥੇ ਵੀ ਜਾਂਦੇ ਨੇ ਚਮਤਕਾਰ ਉਸ ਜਗ੍ਹਾ ਤੇ ਹੁੰਦੇ ਨੇ। And the will of God is to heal you. ਅਤੇ ਇਸੇ ਪ੍ਰਕਾਰ ਅਸੀਂ ਵੇਖਿਆ ਕਿ ਉਹਦੀ ਇੱਛਾ ਹੈ ਕਿ ਉਹ ਤੁਹਾਨੂੰ ਚੰਗਿਆ ਕਰੇ। Now many of you don't know how to receive your blessing. ਪਰ ਤੁਹਾਡੇ ਵਿੱਚੋਂ ਬਹੁਤ ਸਾਰੇ ਵੀ ਨੇ ਜੋ ਆਪਣੀ ਚੰਗਿਆਈ ਨੂੰ ਪ੍ਰਾਪਤ ਕਰਨਾ They ਨਹੀਂ don't know ਜਾਣਦੇ how to receive their miracle. ਅਤੇ ਉਹ ਨਹੀਂ ਜਾਣਦੇ ਕਿਵੇਂ ਉਹ ਆਪਣੇ ਚਮਤਕਾਰਾਂ ਨੂੰ ਪ੍ਰਭੂ ਦੇ ਕੋਲੋਂ ਲੈ। What is the will of God toward them? ਅਤੇ ਉਹ ਨਹੀਂ ਜਾਣਦੇ ਕਿ ਉਹਨਾਂ ਬਾਰੇ, ਉਹਨਾਂ ਦੇ ਲਈ ਪ੍ਰਭੂ ਦੀ ਕੀ ਇੱਛਾ ਹੈ। Many of you might have doubts. ਹੋ ਸਕਦਾ ਹੈ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ
ਅੰਦਰ ਸ਼ੰਕਾ ਹੋਵੇ, ਸ਼ੱਕ ਹੋਵੇ, Many of you might have problems in believing the Lord Jesus. ਅਤੇ ਹੋ ਸਕਦਾ ਹੈ ਤੁਹਾਡੇ ਵਿੱਚੋਂ ਕਈਆਂ ਦੀ ਇਹ ਸਮੱਸਿਆ ਹੋਵੇ ਯਿਸੂ ਮਸੀਹ ਤੇ ਵਿਸ਼ਵਾਸ ਲਿਆਉਣ ਦੀ। Maybe you think God doesn't want to heal. ਅਤੇ ਹੋ ਸਕਦਾ ਕਿ ਇਹ ਸੋਚਦੇ ਹੋਣ ਕਿ ਪਰਮੇਸ਼ਰ ਮੈਨੂੰ ਚੰਗਾ ਕਰਨਾ ਨਹੀਂ ਚਾਹੁੰਦਾ। Something, maybe I'm not good enough. ਅਤੇ ਹੋ ਸਕਦਾ ਕਿ ਇਹ ਸੋਚਦੇ ਹੋਣ ਕਿ ਮੇਰੇ ਵਿੱਚ ਕੋਈ ਚੰਗਿਆਈ ਨਹੀਂ ਹੈ। Maybe I'm too bad. ਹੋ ਸਕਦਾ ਕੋਈ ਸੋਚਦਾ ਹੋਵੇ ਕਿ ਮੈਂ ਬੁਰਾ ਵਿਅਕਤੀ ਹਾਂ। Maybe God hates me. ਹੋ ਸਕਦਾ ਕੋਈ ਸੋਚਦਾ ਹੋਵੇ ਕਿ ਸ਼ਾਇਦ ਪਰਮੇਸ਼ਰ ਮੈਨੂੰ ਪਸੰਦ ਨਹੀਂ ਕਰਦਾ, That's why He doesn't do my work. ਇਸ ਲਈ ਉਹ ਸ਼ਾਇਦ ਮੇਰੇ ਲਈ ਮੇਰੇ ਕਾਰਜ ਨੂੰ ਨਹੀਂ ਕਰ ਰਿਹਾ। But does He hate you? ਕੀ ਉਹ ਤੁਹਾਨੂੰ ਪਸੰਦ ਨਹੀਂ ਕਰਦਾ? ਕੀ ਉਹ ਤੁਹਾਨੂੰ ਬੁਰਾ ਜਾਣਦਾ ਹੈ? Let's find out in Jeremiah ਆइए। chapter 29. ਯਰਮੀਆ 29 ਅਧਿਆਏ ਉਹਦੀ 11 ਹੈ। ਤੁਹਾਡੇ ਲਈ ਆਪਣੀਆਂ ਯੋਜਨਾਵਾਂ ਨੂੰ ਮੈਂ ਆਪ ਹੀ ਜਾਣਦਾ ਹਾਂ, ਖੁਸ਼ਹਾਲੀ ਦੀ ਯੋਜਨਾ, ਨਾ ਕਿ ਤਬਾਹੀ ਦੀ, ਅਤੇ ਸੁਨਹਿਰੇ ਭਵਿੱਖ ਦੀ ਯੋਜਨਾ। Hallelujah. ਹਾਲੇਲੂਇਆ। God has plans for you. ਪਰਮੇਸ਼ਰ ਦੇ ਕੋਲ ਤੁਹਾਡੇ ਲਈ ਯੋਜਨਾਵਾਂ ਨੇ। After we read this scripture, we come to know the will of God. ਅਤੇ ਇਸ ਆਇਤ ਨੂੰ ਪੜ੍ਹਨ ਤੋਂ ਬਾਅਦ ਅਸੀਂ ਇਸ ਗੱਲ ਨੂੰ ਜਾਣਦੇ ਹਾਂ ਕਿ ਪਰਮੇਸ਼ਰ ਦੀ ਕੀ ਇੱਛਾ ਹੈ। It is will to prosper you, ਉਹ ਪਰਮੇਸ਼ਰ ਦੀ ਇਹ ਇੱਛਾ ਹੈ ਕਿ ਉਹ ਤੁਹਾਨੂੰ ਵਧਾਵੇ, ਉੱਨਤੀ ਦੇਵੇ, to give you hope ਅਤੇ ਉਹ ਤੁਹਾਨੂੰ ਆਸ ਦੇਵੇ and a better tomorrow. ਅਤੇ ਵਧੀਆ ਭਵਿੱਖ ਤੁਹਾਨੂੰ ਦੇਵੇ। So now you know what God's will is. ਸੋ ਇਸ ਲਈ ਤੁਸੀਂ ਹੁਣ ਜਾਣ ਲਿਆ ਹੈ ਕਿ ਪਰਮੇਸ਼ਰ ਦੀ ਇੱਛਾ ਤੁਹਾਡੇ ਲਈ ਕੀ ਹੈ। But how do you receive your miracle or healing? ਪਰ ਇਹ ਚੰਗਿਆਈ ਨੂੰ ਔਰ ਚਮਤਕਾਰ ਨੂੰ ਤੁਸੀਂ ਕਿਵੇਂ ਪ੍ਰਾਪਤ ਕਰਨਾ ਹੈ? John chapter 19 says, ਯਹੂਨਾ ਉਹਦੀ 19 ਅਧਿਆਇ ਕਹਿੰਦਾ ਹੈ, and Jesus in his last breath said, ਯਿਸੂ ਮਸੀਹ ਨੇ ਆਪਣੇ ਅੰਤਿਮ ਸਾਹ ਦੇ ਦੌਰਾਨ ਇਹ ਗੱਲ ਆਖੀ, it is finished. ਉਹਨੇ ਕਿਹਾ ਪੂਰਾ ਹੋਇਆ ਹੈ। What's finished? ਕੀ ਪੂਰਾ ਹੋਇਆ ਹੈ? The work of salvation ਜੋ ਮੁਕਤੀ ਦਾ ਕਾਰਿਆ, ਮੁਕਤੀ ਦਾ ਕੰਮ ਜਿਹੜਾ ਹੈ ਉਹ for ਪੂਰਾ all ਹੋਇਆ। human beings, ਸਾਰੀ ਮਨੁੱਖਤਾ ਦੇ ਲਈ ਪੂਰਾ ਹੋਇਆ for ਹੈ। all generations, ਹਰੇਕ ਵੰਸ਼ ਦੇ ਲਈ ਪੂਰਾ ਹੋਇਆ ਹੈ। was fulfilled by Lord Jesus. ਸੋ ਇਹ ਕੰਮ ਨੂੰ ਪ੍ਰਭੂ ਨੇ ਪੂਰਾ ਕੀਤਾ ਹੈ ਮੁਕਤੀ ਦੇ And he ਕਾਰਿਆ। said, it is finished. ਤੇ ਪ੍ਰਭੂ ਕਹਿੰਦਾ ਹੈ ਕਿ ਇਹ ਪੂਰਾ ਹੋਇਆ ਹੈ। We will note the word salvation here. ਇਸ ਜਗ੍ਹਾ ਤੇ ਅਸੀਂ ਮੁਕਤੀ ਦੇ ਸ਼ਬਦ ਨੂੰ ਗੌਰ ਕਰਾਂਗੇ। The word salvation means forgiveness of sin. ਅਤੇ ਮੁਕਤੀ ਦਾ ਅਰਥ ਹੈ ਪਾਪਾਂ ਤੋਂ ਮਾਫੀ। But we all know that. ਅਤੇ ਇਹ ਗੱਲ ਨੂੰ ਅਸੀਂ ਸਾਰੇ ਜਾਣਦੇ ਹਾਂ। But it has a greater meaning deep within. ਪਰ ਇਸ ਦੇ ਅੰਦਰ ਹੀ ਬਹੁਤ ਹੀ ਗਹਿਰਾ ਮਤਲਬ ਹੈ। Now, the original Bible was written in the Greek language. ਅਤੇ ਜਿਹੜੀ ਓਰੀਜਨਲ ਬਾਈਬਲ ਹੈ ਉਹ ਯੂਨਾਨੀ ਭਾਸ਼ਾ ਦੇ ਵਿੱਚ ਲਿਖੀ ਗਈ ਹੈ। And the Greek word used for salvation is sozo. ਅਤੇ ਜਿਹੜਾ ਗ੍ਰੀਕ ਔਰ ਯੂਨਾਨੀ ਸ਼ਬਦ ਜਿਹੜਾ ਮੁਕਤੀ ਦੇ ਲਈ ਵਰਤਿਆ ਗਿਆ ਹੈ ਉਹ ਹੈ ਸਾਜੋ। Now, sozo means healing, ਸੋਜੋ ਦਾ ਮਤਲਬ ਹੁੰਦਾ ਹੈ ਚੰਗਿਆਈ, safety, ਅਤੇ ਸੇਫਟੀ ਹੈ ਉਹਦਾ ਮਤਲਬ, deliverance, ਅਤੇ ਉਹਦਾ ਮਤਲਬ ਹੈ ਛੁਟਕਾਰਾ, preservation, ਅਤੇ ਉਹਦਾ ਮਤਲਬ ਹੈ ਦੁਬਾਰਾ ਬਣਨਾ, and wellness. ਅਤੇ ਉਹਦਾ ਮਤਲਬ ਹੈ ਉન્નਤੀ। Now, when you come to Lord Jesus, ਪਰ ਜਦੋਂ ਤੁਸੀਂ ਪਰਮੇਸ਼ਰ ਦੇ ਕੋਲ ਆਉਂਦੇ ਹੋ, ਯਿਸੂ ਮਸੀਹ ਦੇ ਕੋਲ ਆਉਂਦੇ ਹੋ, and when you accept Him as your Lord and Savior, ਅਤੇ ਉਹਨੂੰ ਤੁਸੀਂ ਆਪਣਾ ਮੁਕਤੀਦਾਤਾ ਕਰਕੇ ਗ੍ਰਹਿਣ ਕਰਦੇ ਹੋ, when you receive your salvation, ਅਤੇ ਉਦੋਂ ਤੁਸੀਂ ਜਦੋਂ ਉਹਦੀ ਮੁਕਤੀ ਨੂੰ ਪ੍ਰਾਪਤ ਕਰਦੇ ਹੋ, you receive all of this together at once. ਅਤੇ ਜਦੋਂ ਉਸ ਮੁਕਤੀ ਨੂੰ ਤੁਸੀਂ ਪ੍ਰਾਪਤ ਕਰਦੇ ਹੋ ਤੇ ਤੁਸੀਂ ਇਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਪ੍ਰਾਪਤ ਕਰ ਲੈਂਦੇ ਹੋ। You already receive healing. ਅਤੇ ਇਸੇ ਦੇ ਵਿੱਚ ਹੀ ਤੁਸੀਂ ਚੰਗਿਆਈ ਨੂੰ ਪ੍ਰਾਪਤ ਕਰ ਲੈਂਦੇ ਹੋ। In this only you receive deliverance. ਅਤੇ ਇਹਦੇ ਵਿੱਚ ਹੀ ਤੁਸੀਂ ਛੁਟਕਾਰੇ ਨੂੰ ਪ੍ਰਾਪਤ ਕਰਦੇ ਹੋ। You receive wellness. ਅਤੇ ਇਸੇ ਦੇ ਵਿੱਚ ਹੀ ਉન્નਤੀ ਨੂੰ ਪ੍ਰਾਪਤ ਕਰ You ਲੈਂਦੇ ਹੋ। receive God's protection for you. ਅਤੇ ਇਸੇ ਦੌਰਾਨ ਹੀ ਤੁਸੀਂ ਪਰਮੇਸ਼ਰ ਦੀ ਜਿਹੜੀ ਹੈ All at once. ਪ੍ਰੋਟੈਕਸ਼ਨ ਜਿਹੜੀ ਹੈ ਉਹਨੂੰ ਵੀ ਤੁਸੀਂ ਪ੍ਰਾਪਤ ਕਰ ਲੈਂਦੇ ਹੋ। You receive all of this at once ਅਤੇ ਇਹ ਸਾਰੀਆਂ ਚੀਜ਼ਾਂ ਤੁਸੀਂ ਇੱਕੋ ਹੀ ਕੰਮ ਦੇ ਵਿੱਚ ਤੁਸੀਂ ਪ੍ਰਾਪਤ ਕਰ ਲੈਂਦੇ when ਹੋ you give your life to Jesus.
ਜਦੋਂ ਤੁਸੀਂ ਆਪਣਾ ਜੀਵਨ ਪ੍ਰਭੂ ਨੂੰ ਦੇ ਦਿੰਦੇ But ਹੋ। many of you don't know. ਪਰ ਇਹ ਗੱਲਾਂ ਨੂੰ ਬਹੁਤ ਸਾਰੇ ਲੋਕ ਨਹੀਂ ਜਾਣਦੇ। You're not aware that your healing has already been given to you. ਪਰ ਬਹੁਤ ਸਾਰੇ ਇਹ ਗੱਲ ਨੂੰ ਨਹੀਂ ਜਾਣਦੇ ਕਿ ਨਹੀਂ ਸੋਚਦੇ ਕਿ ਸਾਡੇ ਅੰਦਰ ਤੇ ਅਸੀਂ ਚੰਗਿਆਈ ਨੂੰ ਪ੍ਰਾਪਤ ਕਰ ਚੁੱਕੇ ਹਾਂ। The Spirit of God, ਪਰਮੇਸ਼ਰ ਦਾ ਆਤਮਾ, the Holy Spirit, ਪਵਿੱਤਰ ਆਤਮਾ, who is known as the healer, ਉਹਨੂੰ ਚੰਗਿਆਈ ਦਾ ਦਾਤਾ ਕਿਹਾ ਜਾਂਦਾ ਹੈ lives in you ਅਤੇ ਉਹ ਤੁਹਾਡੇ ਅੰਦਰ ਵਸਦਾ ਹੈ from the moment you give your life to Jesus. ਜਦੋਂ ਤੁਸੀਂ ਪ੍ਰਭੂ ਨੂੰ ਆਪਣਾ ਜੀਵਨ ਦਿੰਦੇ ਹੋ। You already have been granted your healing from God. ਅਤੇ ਉਸੇ ਸਮੇਂ ਤੁਸੀਂ ਆਪਣੀ ਚੰਗਿਆਈ ਨੂੰ ਪ੍ਰਾਪਤ ਕਰਦੇ ਹੋ। You have been given your miracle already. ਉਸੇ ਸਮੇਂ ਤੁਸੀਂ ਛੁਟਕਾਰੇ ਨੂੰ ਪ੍ਰਾਪਤ ਕਰਦੇ ਹੋ। All you need to do ਤੋ ਇਹ ਸਾਰੀਆਂ ਗੱਲਾਂ ਦੇ ਲਈ ਤੁਸੀਂ ਇੱਕੋ ਕੰਮ ਕਰਨ ਦੀ ਜ਼ਰੂਰਤ ਹੈ is to believe in the finished work of the cross. ਅਤੇ ਇਹ ਸਾਰੀਆਂ ਗੱਲਾਂ ਨੂੰ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਪ੍ਰਭੂ ਦੇ ਉਹ ਪੂਰੇ ਕੰਮ ਜੋ ਪੂਰਾ ਹੋਇਆ ਹੈ ਉਸ ਕੰਮ ਨੂੰ ਤੁਹਾਨੂੰ ਵਿਸ਼ਵਾਸ ਕਰਨ ਦੀ The ਜ਼ਰੂਰਤ ਹੈ। finished work of Lord Jesus. ਜੋ ਪੂਰਾ ਹੋਇਆ ਹੈ ਇਸ ਗੱਲ ਨੂੰ ਜਿਹੜਾ ਪਰਮੇਸ਼ਰ ਨੇ ਪ੍ਰਭੂ ਯਿਸੂ ਮਸੀਹ ਦੀ ਗੱਲ ਹੈ। If we read in 1 Corinthians chapter 1 verse 18, it says, ਪਹਿਲਾ ਕਰੰਥੀਆਂ ਪਹਿਲਾ ਅਧਿਆਇ ਉਹਦੀ 18 ਆਇਤ ਨੂੰ ਪੜ੍ਹਦੇ ਹਾਂ। when we read it, it mentions that the message of the cross ਅਤੇ ਇਸ ਜਗ੍ਹਾ ਤੇ ਲਿਖਿਆ ਹੈ ਕਿ ਕਰੂਸ ਦਾ ਔਰ ਸਲੀਬ ਦਾ ਜੋ ਸੰਦੇਸ਼ ਹੈ is the power of God. ਇਹ ਜੋ ਹੈ ਉਹ ਪਰਮੇਸ਼ਰ ਦੀ ਸਮਰੱਥਾ ਹੈ। It's the power of God. ਇਹ ਪਰਮੇਸ਼ਰ ਦੀ ਸਮਰੱਥਾ ਹੈ। The cross ਜੋ ਸਲੀਬ ਹੈ is the power of God. ਪਰਮੇਸ਼ਰ ਦੀ ਸਮਰੱਥਾ ਹੈ। Saint Paul said ਪੌਲਸ ਰਸੂਲ ਕਹਿੰਦਾ ਹੈ in 1 Corinthians chapter 2, ਪਹਿਲਾ ਕਰੰਥੀਆਂ ਉਹਦਾ 2 ਅਧਿਆਇ ਦੇ ਵਿੱਚ in verse 1 and 2, ਅਤੇ 1 ਔਰ 2 ਆਇਤ ਦੇ ਵਿੱਚ ਲਿਖਿਆ ਹੈ he said, I know nothing ਉਹ ਕਹਿੰਦਾ ਹੈ ਕਿ ਮੈਂ ਕੁਝ ਨਹੀਂ ਜਾਣਦਾ except Jesus ਸਿਰਫ ਯਿਸੂ ਮਸੀਹ and Him crucified. ਅਤੇ ਉਹਨੂੰ ਜੋ ਸਲੀਬ ਦੇ ਉੱਤੇ ਚੜਾਇਆ ਗਿਆ। Hallelujah. ਹਾਲੇਲੂਇਆ। Saint Paul says he knows nothing, ਸੋ ਪੌਲਸ ਰਸੂਲ ਕਹਿੰਦਾ ਇਹ ਕੁਝ ਨਹੀਂ ਜਾਣਦਾ ਹੈ only the cross of Jesus. ਸਿਰਫ ਪਰਮੇਸ਼ਰ ਦੀ ਸਲੀਬ ਨੂੰ ਜਾਣਦਾ ਹੈ। Why? ਕਿਉਂ? Because the cross of Jesus is enough. ਕਿਉਂਕਿ ਪਰਮੇਸ਼ਰ ਦੀ ਸਲੀਬ ਹੀ ਕਾਫੀ ਹੈ। The cross of Jesus is reality. ਕਿਉਂਕਿ ਪਰਮੇਸ਼ਰ ਦੀ ਜੋ ਸਲੀਬ ਹੈ ਉਹ ਸੱਚਾਈ ਹੈ It's undeniable. ਅਤੇ ਉਹਦੀ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ। It's unchangeable. ਉਹ ਕਦੀ ਬਦਲੀ ਨਹੀਂ ਜਾ The ਸਕਦੀ। cross changed our destiny. ਕਿਉਂਕਿ ਸਲੀਬ ਜੋ ਹੈ ਸਾਡੀ ਮੰਜ਼ਿਲ ਨੂੰ ਬਦਲਦੀ ਹੈ। Jesus paid for our sins on the cross. ਪ੍ਰਭੂ ਯਿਸੂ ਮਸੀਹ ਸਾਡੇ ਪਾਪਾਂ ਦੇ ਕਾਰਨ ਸਲੀਬ ਦੇ ਉੱਤੇ ਮਾਰਿਆ ਗਿਆ। So the cross of Jesus is our provision. ਅਤੇ ਪਰਮੇਸ਼ਰ ਦੀ ਜੋ ਸਲੀਬ ਹੈ ਉਹ ਤੁਹਾਡੇ ਲਈ ਖੁਸ਼ਹਾਲੀ ਹੈ। It's a provision for mental. ਉਹ ਜੋ ਹੈ ਸਾਡੇ It provides for us. ਮਾਨਸਿਕਤਾ ਦੇ ਲਈ ਖੁਸ਼ਹਾਲੀ ਹੈ। It provides us for our physical needs. ਉਹ ਸਾਡੀਆਂ ਸਮਾਜਿਕ ਔਰ ਸਰੀਰਕ ਜ਼ਰੂਰਤਾਂ ਨੂੰ ਪੂਰੀਆਂ ਕਰਦੀ ਹੈ। And the cross provides us for our spiritual needs. ਅਤੇ ਪਰਮੇਸ਼ਰ ਦੀ ਸਲੀਬ ਜੋ ਹੈ ਸਾਨੂੰ ਆਤਮਿਕ ਦਾਤਾਂ ਨੂੰ ਵੀ ਪ੍ਰਦਾਨ ਕਰਦੀ ਹੈ। The cross is a place of healing. ਜੋ ਸਲੀਬ ਐਸੀ ਇੱਕ ਸਥਾਨ ਹੈ ਚੰਗਿਆਈ ਦਾ ਸਥਾਨ ਹੈ It's a place of freedom. ਅਤੇ ਉਹ ਆਜ਼ਾਦੀ ਦਾ ਸਥਾਨ ਹੈ। It's a place of blessing. ਉਹ ਆਸ਼ੀਸ਼ ਦਾ ਸਥਾਨ ਹੈ। Even though Lord Jesus died there, ਕਿਉਂ ਭਾਵੇਂ ਪ੍ਰਭੂ ਯਿਸੂ ਮਸੀਹ ਉਸ ਜਗ੍ਹਾ ਤੇ ਮਰਿਆ ਹੈ He submitted His finished work to us. ਉਹਨੇ ਆਪਣਾ ਪੂਰਾ ਕੀਤਾ ਕੰਮ ਜਿਹੜਾ ਹੈ ਉਹ ਸਮਰਪਿਤ ਕੀਤਾ ਹੈ। He gave it to us for free. ਉਹਨੇ ਸਾਡੇ ਲਈ ਇਹ ਬਿਲਕੁਲ ਫ੍ਰੀ ਵਿੱਚ ਕੀਤਾ ਹੈ। Only if we would believe Him. ਪਰ ਇਹ ਉਦੋਂ ਹੀ ਸਾਨੂੰ ਪ੍ਰਾਪਤ ਹੋਵੇਗਾ ਜਦੋਂ ਅਸੀਂ ਉਹਦੇ ਉੱਤੇ ਵਿਸ਼ਵਾਸ ਕਰਾਂਗੇ। Now Lord Jesus said in His final breath, ਅਤੇ ਪ੍ਰਭੂ ਯਿਸੂ ਮਸੀਹ ਨੇ ਆਖਿਰ ਦੇ ਵਿੱਚ ਆਪਣੇ ਆਖਰੀ ਅੰਤਿਮ ਸਾਹ ਦੇ ਵਿੱਚ ਇਹ ਗੱਲ ਕਹੀ, it is finished. ਇਹ ਪੂਰਾ ਹੋਇਆ ਹੈ। The work of salvation is finished. ਮੁਕਤੀ ਦਾ ਕੰਮ ਪੂਰਾ ਹੋਇਆ ਹੈ। The work of healing finished. ਚੰਗਿਆਈ ਦਾ ਕੰਮ ਪੂਰਾ ਹੋਇਆ The ਹੈ। work of deliverance finished. ਛੁਟਕਾਰੇ ਦਾ ਕੰਮ ਪੂਰਾ ਹੋਇਆ ਹੈ। The work of blessing for all of God's people finished. ਆਸ਼ੀਸ਼ ਦਾ ਕੰਮ ਜੋ ਉਹਦੇ ਸਾਰੇ ਲੋਕਾਂ ਦੇ ਲਈ ਹੈ ਪੂਰਾ ਹੋਇਆ He ਹੈ। said it is finished. ਉਹਨੇ ਕਿਹਾ ਇਹ ਪੂਰਾ ਹੋਇਆ ਹੈ। Hallelujah. ਹਾਲੇਲੂਇਆ। Healing, ਔਰ ਚੰਗਿਆਈ, ਛੁਟਕਾਰਾ breakthrough, ਔਰ ਜੋ ਤੋੜ ਕਿਸੇ ਵੀ ਚੀਜ਼ ਨੂੰ ਚੀਜ਼ ਨੂੰ ਤੋੜਨਾ, miracles,
ਚੰਗਿਆਈ ਔਰ ਚਮਤਕਾਰ all of it ਇਹ ਸਾਰੀਆਂ ਚੀਜ਼ਾਂ is ours through Christ Jesus. ਇਹ ਸਾਰੀਆਂ ਸਾਡੀਆਂ ਨੇ ਪ੍ਰਭੂ ਯਿਸੂ ਮਸੀਹ ਦੇ You need ਦੇ to ਦੁਆਰਾ। apply your faith. ਇਸ ਲਈ ਇਹ ਚੀਜ਼ਾਂ ਨੂੰ ਪ੍ਰਾਪਤ ਕਰਨ ਦੇ ਲਈ, ਚੰਗਿਆਈ ਨੂੰ ਪ੍ਰਾਪਤ ਕਰਨ ਦੇ ਲਈ, ਛੁਟਕਾਰੇ ਨੂੰ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਆਪਣਾ ਵਿਸ਼ਵਾਸ ਪ੍ਰਭੂ ਦੇ ਉੱਤੇ ਵਧਾਉਣ ਦੀ ਜ਼ਰੂਰਤ ਹੈ। Your faith ਤੁਹਾਡਾ ਵਿਸ਼ਵਾਸ is important. ਤੁਹਾਡਾ ਵਿਸ਼ਵਾਸ ਬਹੁਤ ਮਹੱਤਵਪੂਰਨ ਹੈ। If you have faith, then you can receive it. ਜੇਕਰ ਤੁਹਾਡਾ ਵਿਸ਼ਵਾਸ ਹੈ ਤਾਂ ਤੁਸੀਂ ਚੰਗਿਆਈ ਨੂੰ ਪ੍ਰਾਪਤ ਕਰ ਸਕਦੇ ਹੋ। Your faith must be like this. ਤੁਹਾਡਾ ਵਿਸ਼ਵਾਸ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। In the name of Jesus, ਯਿਸੂ ਮਸੀਹ ਦੇ ਨਾਮ ਦੇ ਵਿੱਚ I receive my healing. ਮੈਂ ਆਪਣੀ ਚੰਗਿਆਈ ਨੂੰ ਪ੍ਰਾਪਤ ਕਰਦਾ I ਹਾਂ। receive my deliverance. ਮੈਂ ਆਪਣੇ ਛੁਟਕਾਰੇ ਨੂੰ ਪ੍ਰਾਪਤ Because ਕਰਦਾ ਹਾਂ, Lord, you have finished. ਕਿਉਂਕਿ ਪ੍ਰਭੂ ਤੂੰ ਇਹ ਕੰਮ ਨੂੰ ਪੂਰਾ ਕੀਤਾ ਹੈ, Because you finished your work on the cross. ਕਿਉਂਕਿ ਤੂੰ ਇਸ ਕੰਮ ਨੂੰ ਸਲੀਬ ਦੇ ਉੱਤੇ ਪੂਰਾ I ਕੀਤਾ ਹੈ। believe in your finished work. ਮੈਂ ਤੇਰੇ ਪੂਰੇ ਕੀਤੇ ਕੰਮ ਉੱਤੇ ਵਿਸ਼ਵਾਸ ਕਰਦਾ And I ਹਾਂ। receive your healing. ਮੈਂ ਤੇਰੀ ਇਸ ਚੰਗਿਆਈ ਨੂੰ ਪ੍ਰਾਪਤ ਕਰਦਾ ਹਾਂ। I receive my blessing. ਮੈਂ ਆਪਣੀ ਆਸ਼ੀਸ਼ ਨੂੰ ਪ੍ਰਾਪਤ ਕਰਦਾ ਹਾਂ। And I want you all to do that today. ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਸ ਗੱਲ ਨੂੰ ਅੱਜ ਤੋਂ ਸ਼ੁਰੂ ਕਰੋ। Hallelujah. ਹਾਲੇਲੂਇਆ। All right, we'll start praying. But before that, we'll read Revelations 12:11. ਸੋ ਅਸੀਂ ਪ੍ਰਾਰਥਨਾ ਕਰਨ ਤੋਂ ਪਹਿਲਾਂ ਪ੍ਰਕਾਸ਼ ਦੀ ਪੋਥੀ ਉਹਦਾ 12, 12 ਅਧਿਆਏ verse 11. ਅਤੇ ਉਹਦੀ 11 ਆਇਤ ਨੂੰ ਪੜਾਂਗੇ। And they overcame him by the blood of the Lamb and by the word of their testimony. And they did not love their lives to the death. ਉਹਨਾਂ ਨੇ ਮੇਮਨੇ ਦੇ ਲਹੂ ਅਤੇ ਉਸ ਦੁਆਰਾ ਜਿਸ ਦੀ ਉਹਨਾਂ ਗਵਾਹੀ ਦਿੱਤੀ ਜਿੱਤ ਪ੍ਰਾਪਤ ਕੀਤੀ ਹੈ, ਕਿਉਂਕਿ ਉਹਨਾਂ ਨੇ ਆਪਣੇ ਪ੍ਰਾਣਾਂ ਦੀ ਪਰਵਾਹ ਨਾ ਕੀਤੀ, ਸਗੋਂ ਮੌਤ ਆਪਣੇ ਲਈ ਕਬੂਲ ਕਰ ਲਈ। Hallelujah. ਹਾਲੇਲੂਇਆ। Now, what am I trying to tell you from here? ਇਸ ਤੋਂ ਮੈਂ ਕੀ ਤੁਹਾਨੂੰ ਦੱਸਣਾ ਚਾਹ ਰਿਹਾ ਹਾਂ? I want you all to testify today. ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਪ੍ਰਭੂ ਦੇ ਗਵਾਹ ਬਣੋ। Testify to your neighbor. ਆਪਣੇ ਗੁਆਂਢੀ ਦੇ ਲਈ ਗਵਾਹ ਬਣੋ। Tell your neighbor who is standing right now beside you. ਆਪਣੇ ਗਵਾਂਢੀ ਜੋ ਤੁਹਾਡੇ ਲਾਗੇ ਖੜਾ ਹੈ, God is going to do my miracle today. ਉਹਨੂੰ ਕਹੋ ਕਿ ਪ੍ਰਭੂ ਮੇਰੇ ਲਈ ਮੇਰਾ ਚਮਤਕਾਰ ਕਰਨ ਦੇ ਲਈ ਜਾ Say it ਰਿਹਾ। right now. ਹੁਣੇ ਕਹੋ Whatever ਆਪਣੇ your ਗਵਾਂਢੀ ਨੂੰ, problem is, ਆਪਣੇ ਨਾਲ ਦੇ ਨੂੰ ਕਹੋ ਕਿ ਅੱਜ ਪ੍ਰਭੂ ਮੇਰੇ ਲਈ ਚਮਤਕਾਰ ਕਰਨ ਦੇ ਲਈ ਜਾ ਰਿਹਾ I'm ਹੈ। going to be healed today. Say it. ਕਹੋ ਕਿ ਅੱਜ ਚੰਗਾ ਹੋ ਕੇ ਜਾਵਾਂਗਾ। I'm going to be blessed today. Say ਅੱਜ it. ਕਹੋ ਕਿ ਮੈਂ ਅੱਜ ਆਸ਼ੀਸ਼ ਪਾਉਣੀ ਹੈ। Come on, don't be shy. Say ਸੋ it. ਸ਼ਰਮਾਈਏ ਨਾ, ਉੱਚੀ ਆਵਾਜ਼ ਦੇ ਨਾਲ ਕਹੀਏ, ਇੱਕ ਦੂਸਰੇ ਨੂੰ ਕਹੀਏ। Whatever you desire from God, testify. ਜੋ ਕੁਝ ਵੀ ਚਾਹੁੰਦੇ ਹੋ ਕਿ ਪ੍ਰਭੂ ਤੁਹਾਡੇ ਲਈ ਕਰੇ, ਅੱਜ ਕਹੀਏ ਇੱਕ ਦੂਸਰੇ ਨੂੰ, ਗਵਾਹੀ ਦਿਓ ਇਸ ਦੇ ਲਈ। Tell your neighbor that Lord Jesus is going to do this work for me today. ਸੋ ਆਪਣੇ ਗਵਾਂਢੀ ਨੂੰ ਕਹੀਏ, ਆਪਣੇ ਨਾਲ ਦੇ ਨੂੰ ਕਹੀਏ, ਲਾਗੇ ਜੋ It's ਹੈ an ਤੁਹਾਡੇ। act of faith. ਇਹ ਜੋ ਹੈ ਇੱਕ ਵਿਸ਼ਵਾਸ ਦਾ ਕਾਰਜ ਹੈ ਜੋ ਤੁਸੀਂ ਕਰ ਰਹੇ ਹੋ। Hallelujah. ਹਾਲੇਲੂਇਆ। Now, today you're going to make a decision ਸੋ ਅੱਜ ਤੁਸੀਂ ਇੱਕ ਨਿਰਣਾ ਲੈਣਾ ਹੈ that you would put your faith in Jesus ਕਿ ਆਪਣਾ ਵਿਸ਼ਵਾਸ ਪ੍ਰਭੂ ਦੇ ਉੱਤੇ ਰੱਖਣਾ ਹੈ and His cross. ਅਤੇ ਉਹਦੇ ਉੱਤੇ ਵਿਸ਼ਵਾਸ ਰੱਖਣਾ ਹੈ On His cross. ਅਤੇ ਉਹਦੀ ਸਲੀਬ ਦੇ ਉੱਤੇ ਵਿਸ਼ਵਾਸ ਰੱਖਣਾ ਹੈ। And that decision is going to lead to your miracle. ਅਤੇ ਇਹ ਜੋ ਨਿਰਣਾ ਹੈ ਤੁਹਾਡੇ ਲਈ ਚਮਤਕਾਰ ਨੂੰ ਲੈ ਕੇ ਆਏਗਾ। Praise the Lord. Everybody, now stand in the presence of the Lord. Thank you, dear Lord Jesus, as your people are here, Lord, and as they present, Lord Jesus, their requests to you. Everybody speak to Lord Jesus on your own. ਆइए सब जन परमेश्वर ਦੇ ਅੱਗੇ ਪ੍ਰਾਰਥਨਾ ਕਰਾਂਗੇ। Ask him what you want. ਆਪਣੇ ਮੂੰਹਾਂ ਨੂੰ ਖੋਲਦੇ ਹੋਏ Ask him what you want. Tell him. ਅਤੇ ਜੋ ਕੁਝ ਤੁਸੀਂ ਚਾਹੁੰਦੇ ਹੋ ਪ੍ਰਭੂ ਦੇ He is here right now. ਉਹ ਇਸ ਜਗ੍ਹਾ ਤੇ ਹੈ, ਇਸ ਜਗ੍ਹਾ ਤੇ ਉਹ ਮੌਜੂਦ Don't ਹੈ। lose the opportunity with your shyness. ਇਹ ਬਹੁਤ ਅੱਛਾ ਮੌਕਾ ਹੈ ਕਿ ਤੁਸੀਂ ਪ੍ਰਭੂ ਦੇ ਕੋਲੋਂ ਉਹ ਆਸ਼ੀਸ਼ ਨੂੰ ਪਾ ਸਕੋ। Come on, pray. ਆइए सब प्रार्थना Pray करिए in the Holy Spirit of God. प्रभु जी ਤੁਹਾਡਾ ਧੰਨਵਾਦ। ਇਹ ਸਭ ਪ੍ਰਾਰਥਨਾ ਕਰੀਏ। All of those who want healing, ਜੋ ਚੰਗਿਆਈ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ ਉਹ ਪ੍ਰਾਰਥਨਾ ਕਰੀਏ। all of those who want healing, say to Lord Jesus. ਜੋ ਪ੍ਰਭੂ ਦੇ ਕੋਲੋਂ ਚੰਗਿਆਈ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ ਉਹ ਕਹੀਏ ਪ੍ਰਭੂ, Say to Lord that Lord, heal me from this disease. ਕਹੀਏ ਪ੍ਰਭੂ ਮੈਨੂੰ ਇਸ ਬਿਮਾਰੀ ਤੋਂ ਚੰਗਿਆ ਕਰ। Lord, I want my healing. ਪ੍ਰਭੂ ਨੂੰ ਕਹੀਏ ਪ੍ਰਭੂ ਮੈਂ ਚੰਗਿਆਈ ਨੂੰ ਪ੍ਰਾਪਤ ਕਰਨਾ ਚਾਹੁੰਦਾ ਹਾਂ। I use my
faith. ਅਤੇ ਮੇਰੇ ਵਿਸ਼ਵਾਸ ਦਾ ਇਸਤੇਮਾਲ ਕਰੋ I use my faith to receive. ਅਤੇ ਮੈਂ ਆਪਣੇ ਵਿਸ਼ਵਾਸ ਦਾ ਇਸਤੇਮਾਲ ਕਰਦਾ ਇਸ ਨੂੰ ਪ੍ਰਾਪਤ ਕਰਨ ਦੇ ਲਈ In the name of Jesus, ਯਿਸੂ ਮਸੀਹ ਦੇ ਨਾਮ ਦੇ ਵਿੱਚ I receive healing. ਮੈਂ ਚੰਗਿਆਈ ਨੂੰ ਪ੍ਰਾਪਤ ਕਰਦਾ I ਹਾਂ receive healing. ਮੈਂ ਚੰਗਿਆਈ ਨੂੰ ਗ੍ਰਹਿਣ ਕਰਦਾ ਹਾਂ Like this, the way I am doing. ਸਾਰੇ ਇਸ ਤਰ੍ਹਾਂ ਬੋਲੀਏ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਹਾਂ Lift up your hands and receive your ਆइए ਆਪਣੇ healing. ਹੱਥਾਂ ਨੂੰ ਉਠਾਉਂਦੇ ਹੋਏ ਕਹੀਏ ਪ੍ਰਭੂ ਨੂੰ ਪ੍ਰਭੂ ਦੀ ਚੰਗਿਆਈ ਦਾ In Jesus' name. ਪ੍ਰਭੂ ਦੇ ਨਾਮ ਦੇ ਵਿੱਚ ਬੋਲੋ Those of you who are demon possessed, ਅਤੇ ਜੋ ਦੁਸ਼ਟ ਆਤਮਾ ਦੇ ਜਕੜੇ ਹੋਏ ਜ਼ਗਾਤੇ all of ਨੇ those who are troubled by witchcraft, ਅਤੇ ਜੋ ਕੋਈ ਜਾਦੂ ਟੂਣੇ ਦੇ ਜਕੜੇ ਹੋਏ ਜ਼ਗਾਤੇ ਨੇ in the name of Jesus, ਯਿਸੂ ਮਸੀਹ ਦੇ ਨਾਮ ਦੇ ਵਿੱਚ receive your deliverance. ਆਪਣੀ ਚੰਗਿਆਈ ਨੂੰ ਪ੍ਰਾਪਤ ਕਰੋ Receive your deliverance. ਚੰਗੇ ਹੋ ਜਾਓ Be free in the name of ਯਿਸੂ Jesus. ਮਸੀਹ ਦੇ ਨਾਮ ਦੇ ਵਿੱਚ ਆਜ਼ਾਦ The ਹੋ ਜਾਓ Lord Jesus is here to make you free. ਯਿਸੂ ਮਸੀਹ ਜਗ੍ਹਾ ਤੇ ਹੈ ਜੋ ਤੁਹਾਨੂੰ ਚੰਗਾ ਕਰੇਗਾ He's ਆਜ਼ਾਦ here ਕਰੇਗਾ to free you. ਉਹ ਇਸ ਜਗ੍ਹਾ ਤੇ ਤੁਹਾਨੂੰ ਕਰਨ ਦੇ ਲਈ ਆਇਆ ਹੈ Receive it. I say it like this. ਇਸੇ ਤਰ੍ਹਾਂ ਬੋਲੀਏ ਉੱਚੀ ਆਵਾਜ਼ ਨਾਲ I ਬੋਲੀਏ receive my deliverance. ਮੈਂ ਆਪਣੀ ਚੰਗਿਆਈ ਨੂੰ ਪ੍ਰਾਪਤ ਕਰਦਾ ਹਾਂ Say it, people of God. ਆइए ਪ੍ਰਭੂ ਦੇ ਪਿਆਰੇ ਲੋਕੋ ਬੋਲੀਏ I receive my deliverance. ਮੈਂ ਆਪਣੀ ਚੰਗਿਆਈ ਨੂੰ ਪ੍ਰਾਪਤ